ਗੁਰੂ ਪਿਆਰ ਵਾਲਿਓ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਸ਼ਬਦ ਵਿਚਾਰ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਜੋ 2021 ਦੇ ਵਿੱਚ ਮਨਾਈ ਜਾਣੀ ਹੈ, ਉਸ ਨੂੰ ਸਮਰਪਿਤ ਉਹਨਾਂ ਦੇ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋ ਸਾਨੂੰ ਪ੍ਰਾਪਤ ਹੁੰਦੇ ਆ, ਉਹਨਾਂ ਦੀ ਵਿਚਾਰ ਕਰਦੇ ਆ ਰਹੇ ਹਾਂ। ਪਿਛਲੇ ਹਿੱਸੇ ਵਿੱਚ ਤੁਸੀਂ 22 ਨੰਬਰ ਸ਼ਬਦ ਤੱਕ ਵਿਚਾਰ ਨੂੰ ਸਰਵਣ ਕਰਕੇ ਆਏ ਹੋ। ਇਸ ਹਿੱਸੇ ਵਿੱਚ ਆਪਾਂ 23 ਨੰਬਰ ਸ਼ਬਦ ਦੀ ਵਿਚਾਰ ਕਰਨੀ ਹੈ। ਸੋ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਜਸਵਿੰਦਰ ਸਿੰਘ ਬਟਰੁੱਖਾਂ ਤੇ ਮੈਂ ਜਸਵਿੰਦਰ ਸਿੰਘ। ਆਓ ਫਤਿਹ ਦੀ ਸਾਂਝ ਪਾ ਕੇ ਆਪਾਂ ਸ਼ਬਦ ਵਿਚਾਰ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 23 ਨੰਬਰ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਸੋਰਠ ਰਾਗ ਦੇ ਵਿੱਚ ਆਪਾਂ ਨੂੰ 9 ਨੰਬਰ ਸ਼ਬਦ ਦੇ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਹੈ। ਸ਼ਬਦ ਇਉਂ ਹੈ, ਸੋਰਠ ਮਹਲਾ ਨਾਵਾਂ, ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣਾ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ ਰਹਾਓ। ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਤਨ ਦੇਖਿਓ ਨਰਕਉ, ਸੰਗ ਛਾੜ ਸਭ ਭਾਗੇ। ਕਹਉ ਕਹਾਂ ਜਾਂ ਮਨ ਬਉਰੇ ਕਉ, ਇਨ ਸਿਉ ਨੇ ਲਗਾਇਓ, ਦੀਨਾ ਨਾਥ ਸਗਲ ਭੈ ਭੰਜਨ, ਜਸ ਤਾਕੋ ਵਿਸਰਾਇਓ। ਸਵਾਨ ਪੂਛ ਜਿਉ ਭਇਓ ਨਾ ਸੂਧਾਓ, ਯਤਨ ਬਹੁਤ ਮੈਂ ਕੀਨੋ, ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਨੋ। ਇਹ 9 ਨੰਬਰ ਸ਼ਬਦ ਹੈ ਸੋਰਠ ਰਾਗ ਅੰਦਰ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਦਰ 23 ਨੰਬਰ ਸ਼ਬਦ ਹੈ। ਆਪਾਂ ਇਸ ਦੇ ਉਚਾਰਨ ਦੇ ਸੰਬੰਧ, ਵਿਸ਼ਰਾਮਾਂ ਦੇ ਸੰਬੰਧ ਵਿੱਚ ਕੁਝ ਬੇਨਤੀਆਂ ਕਰ ਲਈਏ। ਇਹ ਜਗ ਮੀਤ ਨਾ ਦੇਖਿਓ ਕੋਈ, ਇਦਾਂ ਹੀ ਪੜ੍ਹਨਾ ਇਸ ਤੁਕ ਨੂੰ। ਅਗਲੀ ਤੁਕ ਹੈਗੀ ਹੈ ਜੀ, ਸਗਲ ਜਗਤ ਆਪਣਾ ਸੁਖ ਲਾਗਿਓ। ਸਗਲ ਜਗਤ ਅਰਥ ਵਿਸ਼ਰਾਮ ਦੇ ਲੈਣਾ ਇੱਥੇ ਥੋੜਾ ਜਿਹਾ ਹਲਕਾ ਜਿਹਾ। ਆਪਣਾ ਸੁਖ ਲਾਗਿਓ ਇੱਥੇ ਪੂਰਨ ਵਿਸ਼ਰਾਮ ਦੇ ਦੇਣਾ। ਦੁੱਖ ਮੈਂ ਸੰਗ ਨਾ ਹੋਈ, ਦੁੱਖ ਮੈਂ, ਇਹਨੂੰ ਮੈਂ ਪੜ੍ਹਨਾ ਆ, ਮੈਂ ਨਹੀਂ ਪੜ੍ਹਨਾ। ਅਗਲੀ ਤੁਕ ਹੈ, ਦਾਰਾ ਮੀਤ ਪੂਤ ਸੰਬੰਧੀ। ਦਾਰਾ ਮੀਤ ਵਿਸ਼ਰਾਮ, ਪੂਤ ਸੰਬੰਧੀ ਵਿਸ਼ਰਾਮ, ਸਗਰੇ ਧਨ ਸਿਉ ਲਾਗੇ, ਜਬ ਹੀ ਅਰਧ ਵਿਸ਼ਰਾਮ, ਨਿਰਤਨ ਦੇਖਿਓ ਨਰਕਉ ਵਿਸ਼ਰਾਮ, ਸੰਗ ਛਾੜ ਸਭ ਭਾਗੇ। ਕਹਉ ਕਹਾਂ ਯਾ ਮਨ ਬਉਰੇ ਕਉ, ਕਹਉ ਮੈਂ ਆਖਾਂ ਉਤਮ ਪੁਰਖ। ਕਿਰਿਆ ਨੂੰ ਨਾਸਕੀ ਬੋਲਾਂਗੇ ਆਪਾਂ, ਕੱਕਾ ਹਾਹਾ ਊੜੇ ਔਂਕੜ ਉੱਤੇ ਬਿੰਦਾ ਲਾ ਕੇ। ਕਹਉ ਕਹਾਂ ਯਾ ਮਨ ਬਉਰੇ ਕਉ, ਇੱਥੇ ਵਿਸ਼ਰਾਮ। ਇਨ ਸਿਉ ਨੇ ਲਗਾਇਓ, ਇਨ ਸਿਉ ਨੇ, ਨੇਹੋ ਨਹੀਂ ਪੜ੍ਹਨਾ, ਨੇਹ ਲਗਾਇਓ। ਦੀਨਾਨਾਥ ਸਗਲ ਭੈ ਭੰਜਨ, ਦੀਨਾਨਾਥ ਸਗਲ ਭੈ ਭੰਜਨ ਵਿਸ਼ਰਾਮ, ਜਸ ਤਾਕੋ ਵਿਸਰਾਇਓ। ਜਸ ਤਾਕੋ, ਤਾਕੋ ਨਹੀਂ ਪੜ੍ਹਨਾ, ਤਾਕੋ ਵਿਸਰਾਇਓ। ਸਵਾਨ ਪੂਛ ਜਿਉ ਭਇਓ ਨਾ ਸੂਧੋ, ਸਵਾਨ ਪੂਛ ਜਿਉ ਭਇਓ ਨਾ ਸੂਧੋ ਵਿਸ਼ਰਾਮ। ਬਹੁਤ ਯਤਨ ਮੈਂ ਕੀਨੋ, ਬਹੁਤ ਯਤਨ ਮੈਂ ਕੀਨੋ, ਇੱਥੇ ਮੈਂ ਪੜ੍ਹਨਾ ਕਿਉਂਕਿ ਪੜ੍ਹਨਾਮ ਆ ਉਤਮ ਪੁਰਖ ਦਾ, ਇਹਨੂੰ ਮੈਂ ਨਹੀਂ ਪੜ੍ਹਨਾ ਹੈ। ਬਹੁਤ ਯਤਨ ਮੈਂ ਕੀਨੋ। ਅੰਤਲੀ ਤੁਕ, ਨਾਨਕ ਵਿਸ਼ਰਾਮ, ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਨੋ। ਇਉਂ ਉਚਾਰਨ ਦੇ ਸੰਬੰਧ ਵਿੱਚ ਬੇਨਤੀਆਂ ਸਨ ਤੇ ਆਪਾਂ ਹੁਣ ਸ਼ਬਦ ਦੀ ਵਿਚਾਰ ਕਰੀਏ। ਵਿਚਾਰ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ, ਕਿਉਂਕਿ ਇਸ ਸ਼ਬਦ ਵਿੱਚ ਕਈ ਥਾਵਾਂ ਤੇ ਸੰਸਾਰਕ ਰਿਸ਼ਤਿਆਂ ਦੀ ਗੱਲ ਹੋਈ ਆ, ਤੇ ਜਦੋਂ ਆਮ ਤੌਰ ਤੇ ਇਸ ਸ਼ਬਦ ਦੀ ਵਿਆਖਿਆ ਕੀਤੀ ਜਾਂਦੀ ਆ ਤਾਂ ਵਧੇਰੇ ਕਰਕੇ 100 ਦੇ ਵਿੱਚੋਂ ਜੇ ਮੈਂ ਦਾਅਵੇ ਨਾਲ ਆਖਾਂ ਤਾਂ 98% ਲੋਕ ਇਸ ਸ਼ਬਦ ਦੀ ਰਾਹੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਜੋ ਸਾਡੇ ਰਿਸ਼ਤੇ ਨਾਤੇ ਆ ਇਹਨਾਂ ਵਿੱਚੋਂ ਨਿਭਣ ਵਾਲਾ ਕੋਈ ਵੀ ਨਹੀਂ। ਇਹ ਇੱਥੋਂ ਸਿੱਖਿਆ ਨਹੀਂ ਦਿੱਤੀ ਗਈ। ਠੀਕ ਹੈ, ਰਿਸ਼ਤੇ ਸਾਡੇ ਸਰੀਰ ਦੇ ਨੇ ਤੇ ਸਰੀਰਾਂ ਨਾਲ ਨੇ, ਸਰੀਰਾਂ ਤੱਕ ਨੇ, ਇਹ 'ਚ ਕੋਈ ਦੋ ਰਾਹ ਨਹੀਂ। ਜੇ ਸਰੀਰ ਹੈ ਰਿਸ਼ਤਾ ਆ ਤੇ ਰਿਸ਼ਤਾ ਸਰੀਰ ਨਾਲ ਹੀ ਨਿਭਦਾ ਆ, ਸਰੀਰ ਦੁਆਰਾ ਹੀ ਨਿਭਾਇਆ ਜਾਂਦਾ। ਜਦੋਂ ਤੱਕ ਸਰੀਰ ਹੁੰਦਾ ਉਦੋਂ ਤੱਕ ਨਿਭਾਇਆ ਜਾਂਦਾ, ਜਦੋਂ ਨਹੀਂ ਰਹਿੰਦਾ ਉਦੋਂ ਫਿਰ ਰਿਸ਼ਤਾ ਕਿਹਦੇ ਨਾਲ ਨਿਭਾਓਗੇ ਤੁਸੀਂ? ਯਾਦਾਂ ਨਾਲ, ਤਸਵੀਰ ਨਾਲ, ਕਿਹਦੇ ਨਾਲ? ਸਰੀਰ ਨਾਲ ਨਿਭਾਇਆ ਜਾਂਦਾ, ਸਰੀਰ ਦੁਆਰਾ ਨਿਭਾਇਆ ਜਾਂਦਾ। ਇਹ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਹ ਨਹੀਂ।
ਪਰ ਦੂਜੀ ਬੇਨਤੀ ਮੈਂ ਕਰਾਂ, ਅਸੀਂ ਇਹੋ ਹੀ ਸੁਣਦੇ ਹਾਂ, ਇਹੋ ਹੀ ਪੜ੍ਹਦੇ ਹਾਂ ਬਈ ਗੁਰੂ ਸਾਹਿਬ ਨੇ ਗ੍ਰਸਤ ਮਾਰਗ ਸ਼ੁਰੂ ਕੀਤਾ। ਗੁਰੂ ਸਾਹਿਬ ਨੇ ਸਿੱਖਾਂ ਨੂੰ ਉਪਦੇਸ਼ ਕੀਤਾ ਬਈ ਤੁਸੀਂ ਗ੍ਰਸਤੀ ਸਿੱਖ ਬਣ ਕੇ ਆਪਣੇ ਪਰਿਵਾਰਾਂ 'ਚ ਰਹੋਗੇ। ਤੇ ਜਦੋਂ ਸਿੱਧਾਂ ਨਾਲ ਗੱਲ ਹੋਈ ਉਦੋਂ ਵੀ ਗੁਰੂ ਸਾਹਿਬ ਨੇ ਇਹੀ ਆਖਿਆ, ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ। ਹਾਟੀ ਬਾਟੀ ਰਹਿ ਨਿਰਾਲੇ ਪਰ ਘਰ ਚਿੱਤ ਨਾ ਡੋਲਾਈ, ਇਹ ਦੱਸਿਆ ਗੁਰੂ ਸਾਹਿਬ ਨੇ। ਤੇ ਜਦੋਂ ਗੁਰੂ ਸਾਹਿਬ ਪ੍ਰਚਾਰਕ ਦੌਰੇ ਕਰਕੇ ਉਦਾਸੀਆਂ ਕਰਕੇ ਮੁੜ ਕੇ ਆਏ ਕਰਤਾਰਪੁਰ, ਤਾਂ ਭਾਈ ਗੁਰਦਾਸ ਜੀ ਨੇ ਲਿਖਿਆ ਬਈ ਭੇਖ ਉਦਾਸੀ ਸਕਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਗੁਰੂ ਨਾਨਕ ਜੀ ਬਾਕਾਇਦਾ ਵਿਆਹੇ ਹੋਏ ਸਨ, ਉਹਨਾਂ ਦੀ ਪਤਨੀ ਵੀ ਸੀ, ਉਹਨਾਂ ਦੇ ਮਾਤਾ ਪਿਤਾ ਵੀ ਸਨ, ਉਹਨਾਂ ਦੀ ਭੈਣ ਵੀ ਸੀ, ਉਹਨਾਂ ਦੀ ਔਲਾਦ ਵੀ ਸੀ। ਗੁਰੂ ਨਾਨਕ ਜੀ ਦਾ ਬਾਕਾਇਦਾ ਆਪਣਾ ਪਰਿਵਾਰ ਸੀ। ਗੁਰੂ ਅੰਗਦ ਸਾਹਿਬ ਦਾ ਆਪਣਾ 10 ਪਾਤਸ਼ਾਹੀਆਂ ਵਿੱਚੋਂ 9 ਪਾਤਸ਼ਾਹੀਆਂ ਦਾ ਆਪਣਾ ਪਰਿਵਾਰ ਸੀ। ਕੇਵਲ ਤੇ ਕੇਵਲ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿਹੜੇ ਛੋਟੀ ਉਮਰ ਦੇ ਸਨ, ਉਹ ਵਿਆਹੇ ਨਹੀਂ ਸੀ ਹੋਏ, ਪਰ ਵਿਆਹ ਤੋਂ ਬਿਨਾਂ ਉਹਨਾਂ ਦਾ ਪਰਿਵਾਰ ਹੈ ਸੀ। ਉਹਨਾਂ ਦੀ ਮਾਂ, ਉਹਨਾਂ ਦੇ ਪਿਤਾ ਜੀ, ਉਹਨਾਂ ਦਾ ਭਰਾ, ਉਹ ਪਰਿਵਾਰ ਉਹਨਾਂ ਦਾ ਉੱਥੇ ਤੱਕ ਹੈ ਸੀ। ਅਗਲਾ ਆਪਣਾ ਪਰਿਵਾਰ ਉਹਨਾਂ ਦਾ ਸ਼ੁਰੂ ਨਹੀਂ ਹੋ ਪਾਇਆ ਕਿਉਂਕਿ ਉਹਦੀ ਛੋਟੀ ਉਮਰ 'ਚ ਜੋਤੀ ਜੋਤ ਸਮਾ ਗਏ ਸਨ। ਸੋ ਪਹਿਲੀ ਗੱਲ ਤੇ ਚੇਤਾ ਰੱਖਣਾ, ਤੁਸੀਂ ਸਿੱਖ ਧਰਮ ਗ੍ਰਸਤੀਆਂ ਦਾ ਧਰਮ ਆ, ਤੇ ਗ੍ਰਸਤ ਮਾਰਗ ਦੇ ਵਿੱਚ ਰਿਸ਼ਤੇ ਨਾਤੇ ਹੋਇਆ ਕਰਦੇ ਆ। ਮਾਤਾ ਪਿਤਾ, ਭੈਣ ਭਰਾ, ਪਤਨੀ, ਸੰਤਾਨ, ਨਾਨਕੇ, ਦਾਦਕੇ, ਸਹੁਰੇ, ਇਹ ਸਭ ਰਿਸ਼ਤੇ ਇੱਕ ਗ੍ਰਸਤੀ ਮਨੁੱਖ ਦੇ ਹੁੰਦੇ ਨੇ। ਤੇ ਗੁਰੂ ਸਾਹਿਬ ਸਾਨੂੰ ਇੱਕ ਜ਼ਿੰਮੇਵਾਰ ਇਨਸਾਨ ਬਣਾ ਕੇ ਗਏ ਨੇ, ਤੇ ਉੱਥੇ ਫਿਰ ਸਾਡੀ ਇਹ ਜ਼ਿੰਮੇਵਾਰੀ ਬਣਦੀ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਇਹਨਾਂ ਰਿਸ਼ਤਿਆਂ ਪ੍ਰਤੀ ਸੁਚੇਤ ਰਹੀਏ, ਅਚੇਤ ਨਾ ਹੋਈਏ। ਹੁਣ ਪ੍ਰਿਥੀ ਚੰਦ ਆ, ਆਖਰ ਨੂੰ ਹੈ ਤੇ ਉਹ ਸਕਾ ਭਰਾ ਹੈ ਗੁਰੂ ਅਰਜਨ ਸਾਹਿਬ ਦਾ, ਪਰ ਕੀ ਸਿੱਖ ਧਰਮ ਪ੍ਰਿਥੀ ਚੰਦ ਨੂੰ ਸਤਿਕਾਰ ਦੇ ਪਾਊ ਕਦੇ? ਕਿਉਂ? ਕਿਉਂਕਿ ਉਹਨੇ ਸਕਾ ਭਰਾ ਹੋਣ ਦੇ ਨਾਤੇ ਵੀ ਆਪਣਾ ਰਿਸ਼ਤਾ ਨਹੀਂ ਨਿਭਾਇਆ, ਜਿਵੇਂ ਉਹਨੂੰ ਨਿਭਾਉਣਾ ਚਾਹੀਦਾ ਸੀ ਉਵੇਂ ਨਹੀਂ ਨਿਭਾਇਆ। ਦੂਜੇ ਪਾਸੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਚਾਰੋਂ ਹੀ ਸਕੇ ਭਰਾ ਨੇ। ਉਹਨਾਂ ਨੂੰ ਕੌਮ ਕਦੀ ਭੁੱਲ ਪਾਊਗੀ? ਨਹੀਂ। ਤੇ ਉਹਨਾਂ ਦਾ ਜੋ ਆਪਸੀ ਪਿਆਰ ਆ, ਬ੍ਰਦਰਹੁੱਡ ਆ ਜਿਹੜੀ ਉਹਨਾਂ ਦੀ ਆਪਸੀ ਚੌਹਾਂ ਦੀ, ਉਹ ਸਿਰੇ ਦੀ ਆ, ਕਮਾਲ ਦੀ ਆ। ਉਹ ਆਪਣਾ ਰਿਸ਼ਤਾ ਬਾਖੂਬੀ ਨਿਭਾ ਰਹੇ ਨੇ, ਨਿਭਾਇਆ ਜਾ ਰਿਹਾ। ਤੇ ਗੁਰੂ ਸਾਹਿਬ ਆਪਣਾ ਰਿਸ਼ਤਾ ਬਾਖੂਬੀ ਨਿਭਾਉਂਦੇ ਨੇ। ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਦਾ ਆਪਣਾ ਪਰਿਵਾਰ ਆ, ਉਹਨਾਂ ਦੀ ਆਪਣੀ ਪਤਨੀ ਹੈ ਮਾਤਾ ਗੁਜਰੀ, ਉਹਨਾਂ ਦਾ ਆਪਣਾ ਲਖਤੇ ਜ਼ਿਗਰ ਸਾਹਿਬਜ਼ਾਦਾ ਗੋਬਿੰਦ ਰਾਏ ਹੈ। ਤੇ ਦੂਜੇ ਪਾਸੇ ਗੁਰੂ ਤੇਗ ਬਹਾਦਰ ਜੀ ਸੰਸਾਰ ਦੀ ਨਾਸ਼ਵਾਨਤਾ ਦੀ ਗੱਲ ਕਰਦੇ ਹੋਏ ਰਿਸ਼ਤਿਆਂ ਨੂੰ ਕੱਚੇ ਤੇ ਏਦਾਂ ਹੋਰ ਸ਼ਬਦ ਕਹਿ ਜਾਣ। ਇਹ ਕਿਵੇਂ ਹੋ ਸਕਦਾ? ਇਹ ਨਹੀਂ ਹੋ ਸਕਦਾ। ਫਿਰ ਇਹਦਾ ਮਤਲਬ ਇਹ ਸ਼ਬਦ ਆ ਜਿਹੜਾ, ਇਹ ਉਸ ਰੂਪ ਦੇ ਵਿੱਚ ਨਹੀਂ ਵਿਚਾਰਿਆ ਗਿਆ ਜਿਸ ਰੂਪ 'ਚ ਵਿਚਾਰਨਾ ਚਾਹੀਦਾ ਸੀ। ਜਿਸ ਰੂਪ 'ਚ ਇਸ ਨੂੰ ਸਮਝਣਾ ਚਾਹੀਦਾ ਸੀ, ਉਸ ਰੂਪ ਦੇ ਵਿੱਚ ਪੂਰਨ ਰੂਪ 'ਚ ਨਹੀਂ ਸਮਝਿਆ ਗਿਆ। ਤੇ ਆਪਾਂ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਉਸ ਪਾਸੇ ਨੂੰ ਜਾਣ ਦੀ। ਮੈਂ ਦਾਅਵਾ ਨਹੀਂ ਕਰਦਾ ਵੀ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਾਂਗਾ ਇਹ ਅੰਤਮ ਹੋਏਗੀ ਤੇ ਇਹ ਪੂਰਨ ਹੋਏਗੀ, ਨਹੀਂ, ਇਹ ਸ਼ੁਰੂਆਤ ਹੈ। ਇਹ ਕੋਸ਼ਿਸ਼ ਹੈ ਇੱਕ ਨਵੇਂ ਸਿਰਿਓਂ ਇਸ ਸ਼ਬਦ ਨੂੰ ਸਮਝਣ ਦੀ। ਇਸ ਤੋਂ ਅੱਗੇ ਇਹਦੇ ਉੱਪਰ ਹੋਰ ਵੀ ਕੰਮ ਹੋ ਕੇ ਹੋਰ ਵੀ ਵਧੀਆ ਤਰੀਕੇ ਨਾਲ ਇਹਨੂੰ ਸਮਝਿਆ ਜਾ ਸਕਦਾ, ਇਸ ਸ਼ਬਦ ਤੋਂ ਸੇਧ ਲਈ ਜਾ ਸਕਦੀ ਆ। ਇਹ ਜਗ ਮੀਤ ਨਾ ਦੇਖਿਓ ਕੋਈ। ਗੁਰੂ ਜੀ ਕਹਿੰਦੇ ਇਸ ਜਗਤ ਵਿੱਚ ਮੈਂ ਮਿੱਤਰ ਨਹੀਂ ਕੋਈ ਦੇਖਿਆ। ਪਹਿਲਾਂ ਪ੍ਰਚਲਿਤ ਅਰਥ ਮੈਂ ਕਰਾਂਗਾ, ਫਿਰ ਜਿਵੇਂ ਮੈਨੂੰ ਸਮਝ ਲੱਗੇ ਮੈਂ ਉਵੇਂ ਕਰਾਂਗਾ। ਦੋਵੇਂ ਆਪਾਂ ਸਮਝੀਏ, ਫਿਰ ਫੈਸਲਾ ਤੁਸੀਂ ਕਰਨਾ ਹੈ ਤੁਹਾਨੂੰ ਕਿਹੜੇ ਠੀਕ ਲੱਗਦੇ ਆ, ਢੁੱਕਦੇ ਆ। ਜਿਹੜੇ ਪ੍ਰਚਲਿਤ ਨੇ ਉਹ ਕੀ ਨੇ ਜੀ? ਜਿਹੜੇ ਆਮ ਜਦੋਂ ਵੀ ਕਿਤੇ ਕੋਈ ਕਿਸੇ ਦਾ ਭੋਗ ਹੁੰਦਾ ਆ, ਉੱਥੇ ਇਹ ਸ਼ਬਦ ਦਾ ਅਰਥ ਕੀਤਾ ਜਾਂਦਾ ਤੇ ਕੀ ਕੀਤਾ ਜਾਂਦਾ। ਆਮ ਤੌਰ ਤੇ ਪ੍ਰਚਲਿਤ
ਇਹ ਜਗ ਮੀਤ ਨਾ ਦੇਖਿਓ ਕੋਈ, ਹੈ ਭਾਈ ਜਗਤ ਵਿੱਚ ਕੋਈ ਮਿੱਤਰ ਨਹੀਂ ਹੈਗਾ। ਸਗਲ ਜਗਤ ਆਪਣੇ ਸੁਖ ਲਾਗਿਓ, ਸਾਰੇ ਹੀ ਆਪਣੇ ਸੁਖ ਨਾਲ ਲੱਗੇ ਹੋਏ ਨੇ। ਦੁੱਖ ਮੈਂ ਸੰਗ ਨਾ ਹੋਈ, ਦੁੱਖ ਵਿੱਚ ਕੋਈ ਵੀ ਸੰਗੀ ਨਹੀਂ ਬਣਦਾ। ਦਾਰਾ ਮੀਤ ਪੂਤ ਸੰਬੰਧੀ, ਪਤਨੀ ਪੁੱਤਰ ਮਿੱਤਰ ਰਿਸ਼ਤੇਦਾਰ ਸਗਰੇ ਧਨ ਸਿਉ ਲਾਗੇ, ਸਾਰੇ ਹੀ ਪੈਸੇ ਨਾਲ ਜੁੜੇ ਹੋਏ ਨੇ। ਜਬ ਹੀ ਨਿਰਧਨ ਦੇਖਿਓ ਨਰਕੋ, ਜਦੋਂ ਇਹਨੂੰ ਨਿਰਧਨ ਦੇਖਦੇ ਹੈ, ਸੰਗ ਛਾੜ ਸਭ ਭਾਗੇ, ਸੰਗ ਛੱਡ ਕੇ ਸਾਰੇ ਭੱਜ ਜਾਂਦੀ ਹੈ। ਕਹਉ ਕਹਾਂ ਇਹ ਮਨ ਬੌਰੇ ਕਉ, ਇਨ ਸਿਉ ਨੇਹ ਲਗਾਇਓ, ਇਸ ਮਨ ਨੂੰ ਮੈਂ ਕੀ ਸਮਝਾਵਾਂ। ਮਨ ਇਹਨਾਂ ਨਾਲ ਝੂਠੇ ਰਿਸ਼ਤਿਆਂ ਨਾਲ ਨੇਹ ਪਾਈ ਬੈਠਾ ਆ। ਦੀਨਾਨਾਥ ਸਗਲ ਪੈ ਭੰਜਨ, ਜਸ ਤਾਕੋ ਬਿਸਰਾਇਓ। ਇਹ ਆਪਾਂ ਚੇਤਾ ਰੱਖਿਓ, ਉਹ ਸ਼ਬਦ ਕਰ ਰਹੇ ਹਾਂ ਜਿਹੜੇ ਪ੍ਰਚਲਿਤ ਨੇ। ਦੀਨਾਨਾਥ ਸਗਲ ਪੈ ਭੰਜਨ, ਦੀਨਾਨਾਥ ਜੋ ਸਾਰੇ ਹੀ ਭੈਆਂ ਨੂੰ ਖਤਮ ਕਰਨ ਵਾਲਾ ਹੈ। ਜਸ ਤਾਕੋ ਵਿਸਰਾਇਓ, ਉਸ ਦੇ ਜਸ ਨੂੰ ਵਿਸਾਰ ਦਿੱਤਾ ਹੈ। ਸਵਾਨ ਪੂਛ ਜਿਉ ਭਇਓ ਨਾ ਸੂਧੋ, ਯਤਨ ਬਹੁਤ ਯਤਨ ਮੈਂ ਕੀਨੋ। ਜਿੱਦਾਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਇੱਦਾਂ ਹੀ ਇਹ ਮਨ ਹੈ, ਕੱਚ ਘਰੜ ਰਿਸ਼ਤਿਆਂ ਵਿੱਚ ਲੱਗਿਆ ਹੋਇਆ। ਬਥੇਰੇ ਯਤਨ ਕਰ ਲਏ ਨਹੀਂ ਨਿਕਲਿਆ। ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰੋ ਲੀਨੋ। ਨਾਨਕ ਜੀ ਕਹਿ ਰਹੇ ਨੇ, ਆਪਣੇ ਬਿਰਦ ਦੀ, ਆਪਣੇ ਸੁਭਾਅ ਦੀ ਤੁਸੀਂ ਲਾਜ ਰੱਖੋ, ਮੈਂ ਤੁਹਾਡਾ ਨਾਮ ਲਿਆ ਹੈ। ਹੁਣ ਇਹ ਪ੍ਰਚਲਿਤ ਅਰਥ ਨੇ ਜਿਹੜੇ ਆਮ ਕੀਤੇ ਜਾਂਦੇ ਆ, ਤੇ ਆਪਾਂ ਇਹਨਾਂ ਨੂੰ ਨਵੇਂ ਸਿਰੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਜਗ ਮੀਤ ਨਾ ਦੇਖਿਓ ਕੋਈ, ਇਹ ਅਰਥ ਨੇ ਜਿਹੜੇ ਇਹ ਸਾਰਿਆਂ ਤੇ ਨਹੀਂ ਟੁਕਦੇ। ਹਾਂ, ਟੁਕਦੇ ਆ ਥੋੜਿਆਂ ਤੇ, ਬਹੁਤ ਘੱਟ ਲੋਕਾਂ ਤੇ। ਗੁਰਬਾਣੀ ਵਿਸ਼ਵ ਵਿਆਪੀ ਹੈ। ਗੁਰਬਾਣੀ ਦਾ ਸ਼ਬਦ ਮਨੁੱਖ ਮਾਤਰ ਨੂੰ ਸੇਧ ਦੇਣ ਵਾਲਾ ਆ। ਤੇ ਗੁਰੂ ਸਾਹਿਬ ਸ਼ਬਦ ਵਿੱਚੋਂ ਦੱਸ ਰਹੇ ਨੇ, ਕਹਿੰਦੇ ਕਈਆਂ ਦੀਆਂ ਜ਼ਿੰਦਗੀਆਂ ਵਿੱਚ ਇਹ ਵਰਤਾਰਾ ਵਾਪਰ ਜਾਂਦਾ, ਸਾਰਿਆਂ ਦੀਆਂ ਨਹੀਂ, ਕਈ ਲੋਕਾਂ ਦੀ ਜ਼ਿੰਦਗੀ 'ਚ ਇਹ ਵਰਤਾਰਾ ਵਾਪਰ ਜਾਂਦਾ ਆ। ਇਹ ਜਗ ਮੀਤ ਨਾ ਦੇਖਿਓ ਕੋਈ, ਇਸ ਜਗਤ ਵਿੱਚ ਕੋਈ ਐਸਾ ਮਿੱਤਰ ਨਹੀਂ ਦੇਖਿਆ। ਮਿੱਤਰ ਤੇ ਬੜੇ ਨੇ, ਇਹ ਕਾਮਨ ਗੱਲ ਹੈ ਸਾਰਿਆਂ ਲਈ। ਮਿੱਤਰ ਤੇ ਬੜੇ ਨੇ, ਬਹੁਤ ਨੇ, ਪਰ ਐਸਾ ਮਿੱਤਰ ਨਹੀਂ ਵੇਖਿਆ। ਕਿਹੋ ਜਿਹਾ? ਸਗਲ ਜਗਤ ਆਪਣਾ ਸੁਖ ਲਾਗਿਓ, ਸਾਰਾ ਜਗਤ ਆਪੋ ਆਪਣੇ ਸੁਖ ਵਿੱਚ ਲੱਗਿਆ ਹੋਇਆ ਹੈ। ਦੁੱਖ ਮੈਂ ਸੰਗ ਨਾ ਹੋਈ, ਦੁੱਖ ਵਿੱਚ ਉਹ ਸੰਗੀ ਨਹੀਂ ਬਣਦਾ। ਦੱਸੋ ਜੀ, ਤੁਸੀਂ ਦੁੱਖ 'ਚ ਸੰਗੀ ਨਹੀਂ ਬਣਦੇ ਆਪਣੇ ਪਰਿਵਾਰ ਦੇ? ਕੋਈ ਬਿਮਾਰ ਹੋ ਜਾਏ, ਉਹਨੂੰ ਹਸਪਤਾਲ ਨਹੀਂ ਲੈ ਕੇ ਜਾਂਦੇ, ਉਹਨੂੰ ਡਾਕਟਰ ਦੇ ਨਹੀਂ ਲੈ ਕੇ ਜਾਂਦੇ, ਦਵਾਈ ਨਹੀਂ ਦਵਾਉਂਦੇ, ਕੇਅਰ ਨਹੀਂ ਕਰਦੇ। ਆਪਣੇ ਤੇ ਛੱਡੋ, ਸੜਕ ਹਾਦਸਿਆਂ ਵਿੱਚ ਵੀ ਜਿਨ੍ਹਾਂ ਨਾਲ ਜਾਣ ਪਹਿਚਾਣ ਵੀ ਨਹੀਂ ਹੁੰਦੀ, ਸਾਡੇ ਅੰਦਰ ਇਨਸਾਨੀਅਤ ਐਸੀ ਹੈ, ਅਸੀਂ ਉਹਨਾਂ ਲਈ ਵੀ ਬੜਾ ਕੁਝ ਕਰ ਦਿੰਦੇ ਹਾਂ, ਬਹੁਤ ਕੁਝ ਕਰ ਦਿੰਦੇ ਹਾਂ। ਜਿਨ੍ਹਾਂ ਨਾਲ ਜਾਣ ਪਹਿਚਾਣ ਤੱਕ ਨਹੀਂ ਹੁੰਦੀ, ਇਨਸਾਨ ਹੋਣ ਦੇ ਨਾਤੇ, ਇਨਸਾਨੀ ਧਰਮ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾ ਦਈਦਾ। ਬੰਦਾ ਸਿੰਘ ਬਹਾਦਰ ਜੀ ਦੀ ਜਾਣ ਪਛਾਣ ਕਿਹਨਾਂ ਨਾਲ ਸੀ? ਸਾਰੇ ਪੰਜਾਬੀਆਂ ਨਾਲ ਨਹੀਂ, ਪਰ ਉਹਨੇ ਸਾਰਿਆਂ ਨੂੰ ਆਪਣੇ ਸਮਝਿਆ ਤੇ ਸਭਨਾਂ ਨਾਲ ਨਿਭਾਉਣ ਦੀ, ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ, ਯਤਨ ਕੀਤਾ, ਤੇ ਜਿੱਥੋਂ ਤੱਕ ਹੋ ਪਾਇਆ ਉਹਨਾਂ ਨੇ ਕੀਤਾ। ਪਰ ਗੁਰੂ ਜੀ ਕਹਿੰਦੇ ਦੁੱਖ ਮੈਂ ਸੰਗ ਨਾ ਹੋਈ, ਦੁੱਖ ਵਿੱਚ ਕੋਈ ਸੰਗੀ ਨਹੀਂ ਬਣਦਾ। ਸੰਗੀ ਨਹੀਂ ਬਣਨ ਦਾ ਅਰਥ ਕੀ ਹੈ? ਆਪਣਾ ਸੁੱਖ ਲਾਗੇ, ਉਹਦਾ ਅਰਥ ਕੀ ਹੈ? ਬਈ ਆਪਣੇ ਹਿੱਸੇ ਦਾ ਸੁੱਖ ਤੇ ਆਪਣੇ ਹਿੱਸੇ ਦਾ ਦੁੱਖ ਹਰ ਕੋਈ ਭੋਗ ਰਿਹਾ ਹੈ। ਕੋਈ ਕਿਸੇ ਦੇ ਹਿੱਸੇ ਦਾ ਸੁੱਖ ਤੇ ਦੂਜੇ ਦੇ ਹਿੱਸੇ ਦਾ ਦੁੱਖ ਨਹੀਂ ਭੋਗਦਾ। ਉਹ ਤੇ ਆਪਣੇ ਆਪ ਨੂੰ ਹੀ ਪਤਾ ਹੁੰਦਾ ਬਈ ਸੁੱਖ ਕੀ ਆ, ਤੇ ਆਪਣੇ ਆਪ ਨੂੰ ਇਹ ਪਤਾ ਹੁੰਦਾ ਦੁੱਖ ਕੀ ਹੈ। ਦੂਸਰੇ ਸਾਡੇ ਸੁੱਖ ਤੇ ਦੁੱਖ ਵਿੱਚ ਸ਼ਾਮਲ ਹੋ ਸਕਦੇ ਨੇ, ਸ਼ਮੂਲੀਅਤ ਕਰ ਸਕਦੇ ਆ, ਪਰ ਜਿਹੜਾ ਉਸਦਾ ਅਸਲੀ ਅਨੁਭਵ ਆ ਨਾ, ਉਹ ਤੇ ਸਾਨੂੰ ਹੀ ਪਤਾ ਨਾ, ਉਹ ਤੇ ਅਸੀਂ ਹੀ ਜਾਣਦੇ ਹਾਂ। ਇਹ ਅਰਥ ਹੈ ਇਹਦਾ। ਹੁਣ ਮੰਨ ਲਓ ਵੱਡੀਆਂ ਵੱਡੀਆਂ ਨਾ ਪੁਲਾੜ ਖੋਜ ਏਜੰਸੀਆਂ ਬਣੀਆਂ ਹੋਈਆਂ, ਇਸਰੋ ਹੈ ਇੰਡੀਆ ਦੀ, ਨਾਸਾ ਹੈ ਅਮਰੀਕਾ ਦੀ, ਬੜੀਆਂ ਹੋਈਆਂ ਹੈ ਨਾ। ਉਹ ਕਈ ਵਾਰੀ ਉਹ ਰਾਕਟ ਲਾਂਚ ਕਰਦੀਆਂ ਨੇ ਪੁਲਾੜ ਵਿੱਚ ਜਾਣ ਦੇ ਲਈ, ਤੇ ਉਹਦੇ 'ਚ ਇਨਸਾਨ ਨੂੰ ਭੇਜਦੇ ਆ,
ਹੁਣ ਇੱਕ ਮਨੁੱਖ ਆ ਜਿਹੜਾ ਇਹਦਾ ਰਾਕਟ 'ਚ ਬੈਠ ਕੇ, ਕੋਈ ਵੀ ਉਹਨਾਂ ਦਾ ਜੈਟ ਕੁਛ ਵੀ ਆ ਜਿਹਦੇ ਨਾਲ ਉਹ ਜਾਂਦੀ ਹੈ ਸਪੇਸ 'ਚ, ਉਸ 'ਚ ਬੈਠ ਕੇ ਉਹ ਇਹਦਾ ਸਪੇਸ 'ਚ ਜਾਵੇ, ਉੱਪਰ ਘੁੰਮ ਘੁਮਾ ਕੇ ਸਪੇਸ 'ਚ ਜਿਹੜੇ ਵੀ ਉਹਨਾਂ ਦਾ ਕੋਈ ਸੈਟੇਲਾਈਟ ਵਗੈਰਾ ਕੁਛ ਵੀ ਆ ਉਹਨੂੰ ਵੇਖ ਕੇ, ਹੈ ਨਾ, ਸਪੇਸ ਨੂੰ ਚੰਗੀ ਤਰ੍ਹਾਂ ਵੇਖੇ, ਧਰਤੀ ਨੂੰ ਵੇਖੇ, ਮੂਨ ਚੰਦਰਮਾ ਵੇਖੇ, ਉਹ ਸਭ ਵੇਖ ਕੇ ਆਵੇ। ਤੇ ਹੇਠਾਂ ਜਦੋਂ ਧਰਤੀ ਤੇ ਆਉਂਦਾ ਆਪਣੇ ਪਰਿਵਾਰ ਕੋਲ ਬੈਠਦਾ, ਤੇ ਪਰਿਵਾਰ ਦੇ ਜੀ ਜਦੋਂ ਤੋਂ ਪੁੱਛਦੇ ਆ ਵੀ ਕੀ ਦੇਖਿਆ, ਕਿਵੇਂ ਸੀ ਨਜ਼ਾਰਾ, ਤੁਸੀਂ ਇੱਦਾਂ ਹਜ਼ਾਰਾਂ ਫੁੱਟ ਦੀ ਉਚਾਈ ਤੇ ਸੀ ਧਰਤੀ ਤੋਂ, ਕਈ 100 ਕਿਲੋਮੀਟਰ ਉੱਪਰ ਸੀ ਤੁਸੀਂ, ਤੇ ਉੱਪਰੋਂ ਨਜ਼ਾਰਾ ਕਿਵੇਂ ਦਾ ਸੀ। ਹੁਣ ਉਹ ਦੱਸ ਰਿਹਾ ਹੈ ਤੇ ਇਹ ਸੁਣ ਰਹੇ ਨੇ, ਪਰ ਜਿਹੜਾ ਅਸਲ ਐਕਸਪੀਰੀਅੰਸ ਆ ਫਸਟ, ਉਹ ਤੇ ਉਸ ਪਰਸਨ ਦਾ ਆ ਜਿਹਨੇ ਵੇਖਿਆ। ਉਹ ਦੱਸ ਸਕਦਾ, ਇਹ ਸੁਣ ਸਕਦੇ ਨੇ, ਪਰ ਮਾਣਿਆ ਸਿਰਫ ਉਹਨੇ ਆ ਜਿਹਨੇ ਵੇਖਿਆ। ਦੂਜਾ ਉਸ ਨੂੰ ਮਾਣ ਨਹੀਂ ਸਕਦਾ, ਸੁਣ ਸਕਦਾ, ਅੱਛਾ ਇਵੇਂ ਲੱਗਦਾ ਸੀ, ਕਲਪਨਾ ਕਰ ਸਕਦਾ ਐਵੇਂ ਲੱਗਦਾ ਸੀ, ਪਰ ਜਿਹੜਾ ਅਸਲ ਅਹਿਸਾਸ ਆ ਉਹ ਜਿਹਨੇ ਵੇਖਿਆ ਉਸੇ ਨੂੰ ਪਤਾ। ਇਵੇਂ ਹੀ ਸੁੱਖ ਦੁੱਖ ਹੁੰਦੇ ਆ, ਅਹਿਸਾਸ ਹਰ ਇੱਕ ਦਾ ਆਪੋ ਆਪਣਾ ਹੁੰਦਾ। ਦੂਸਰੇ ਸਾਨੂੰ ਹੌਸਲਾ ਦੇ ਸਕਦੇ ਆ, ਸੁੱਖ 'ਚ ਤੇ ਦੁੱਖ 'ਚ ਸ਼ਾਮਲ ਹੋ ਸਕਦੇ ਆ, ਪਰ ਸੁੱਖ ਤੇ ਦੁੱਖ ਜੋ ਹੈ ਉਹ ਆਪੋ ਆਪਣਾ, ਉਹ ਆਪਣਾ ਆਪਣਾ। ਉਹ ਜੇ ਆਇਆ ਤਾਂ ਅਸੀਂ ਇਹ ਨਹੀਂ ਉੱਥੇ ਮਤਲਬ ਕਹਿ ਸਕਦੇ ਬਈ ਮੇਰੇ ਹਿੱਸੇ ਦਾ ਦੁੱਖ ਕੋਈ ਹੋਰ ਲੈ ਲੈ, ਮੇਰੇ ਹਿੱਸੇ ਦਾ ਸੁੱਖ ਮੈਂ ਕਿਸੇ ਹੋਰ ਨੂੰ ਦੇ ਦਿਆਂ, ਨਹੀਂ। ਉਹ ਜੋ ਆਪਣੇ ਹਿੱਸੇ ਹੈ ਅਸੀਂ ਆਪ ਉਸ ਨੂੰ ਮਾਨਣਾ ਆ, ਉਹਨੂੰ ਸਮਝਣਾ ਆ। ਤੇ ਅਗਲੀ ਗੱਲ ਦੱਸ ਰਹੇ ਨੇ, ਦਾਰਾ ਮੀਤ ਪੂਤ ਸੰਬੰਧੀ। ਇਹ ਹੁਣ ਬਹੁਤ ਥੋੜ੍ਹਿਆਂ ਦੀ ਜ਼ਿੰਦਗੀ 'ਚ ਇਹ ਵਰਤਾਰਾ ਵਾਪਰਦਾ, ਕਿਸੇ ਅਭਾਗੀ ਦੀ ਜ਼ਿੰਦਗੀ 'ਚ, ਬਈ ਉਸ ਦੀ ਪਤਨੀ, ਉਸ ਦੇ ਮਿੱਤਰ, ਉਸ ਦੇ ਪੁੱਤਰ, ਉਸ ਦੇ ਸੰਬੰਧੀ ਸਗਰੇ ਧਨ ਸਿਉਂ ਲਾਗੇ, ਸਾਰੇ ਹੀ ਧਨ ਨਾਲ ਜੁੜੇ ਹੁੰਦੇ ਆ, ਪੈਸੇ ਕਰਕੇ, ਕਮਾਈ ਕਰਕੇ ਲੈ ਕੇ ਆ ਰਿਹਾ, ਜੁੜੇ ਹੋਏ ਨੇ, ਬਣੇ ਹੋਏ ਨੇ, ਵਧੀਆ ਪਿਆਰ ਜਤਾ ਰਹੇ ਨੇ ਆਪਣਾ, ਜਦੋਂ ਕਮਾਈ ਹੋ ਰਹੀ ਉਦੋਂ ਤੱਕ। ਜਬ ਹੀ ਨਿਰਧਨ ਦੇਖਿਓ ਨਰਕੋ, ਤੇ ਜਦੋਂ ਵੇਖਿਆ ਨਿਰਧਨ ਇਨਸਾਨ ਨੂੰ, ਸੰਗ ਛਾੜ ਸਭ ਭਾਗੇ, ਤੇ ਛੱਡ ਕੇ ਸਾਰੇ ਦੂਰ ਹੋ ਗਏ। ਕੇਵਲ ਉਹ ਜਿਹੜੇ ਮਾਇਆਧਾਰੀ ਆ ਵੇਖਦੇ ਨਹੀਂ ਪੰਜਾਬ 'ਚ ਬਿਰਧ ਆਸ਼ਰਮ ਬਣੇ ਹੋਏ ਭਾਰਤ 'ਚ। ਹੁਣ ਜਦੋਂ ਤੱਕ ਤੇ ਉਹ ਬਜ਼ੁਰਗ ਜਵਾਨ ਸੀ, ਉਹ ਕੰਮ ਕਰਦੇ ਸੀ, ਕਮਾ ਕੇ ਲਿਆ ਕੇ ਦਿੰਦੇ ਸੀ, ਉਦੋਂ ਤੱਕ ਤਾਂ ਬਾਪੂ ਬਾਪੂ। ਪਰ ਜਦੋਂ ਉਹ ਕਮਾਉਣੋਂ ਰਹਿ ਗਏ ਤੇ ਉਦੋਂ ਚਲੋ ਬਿਰਧ ਆਸ਼ਰਮ, ਉਦੋਂ ਜਾਓ ਜੀ। ਹੁਣ ਤੁਸੀਂ ਹੁਣ ਕਿਹੜਾ ਤੁਸੀਂ ਕਮਾਈ ਲਿਆ ਕੇ ਦੇਣੀ ਹੈ, ਹੁਣ ਕਿਹੜਾ ਮਾਇਆ ਪੈਸਾ ਲਿਆ ਕੇ ਦੇਣਾ ਤੁਸੀਂ, ਹੁਣ ਚਲੋ ਜਿੱਥੇ ਜੀ ਕਰਦਾ ਜਾਓ ਉੱਥੇ। ਇਹ ਬਹੁਤ ਥੋੜ੍ਹਿਆਂ ਦੀ ਜ਼ਿੰਦਗੀ ਦਾ ਵਰਤਾਰਾ ਆ ਜਿਹੜਾ ਗੁਰੂ ਸਾਹਿਬ ਨੇ ਇੱਥੇ ਸ਼ੇਅਰ ਕੀਤਾ, ਤੇ ਗੁਰੂ ਸਾਹਿਬ ਦੇ ਸਮੇਂ ਦਾ ਹੁੰਦਾ ਹੋਣਾ, ਇਸ ਲਈ ਗੁਰੂ ਸਾਹਿਬ ਨੇ ਆਪਣੇ ਨਾਲ ਸਾਂਝਾ ਕੀਤਾ, ਤੇ ਸਾਂਝਾ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਵੀ ਇਹ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲਾ ਵਰਤਾਰਾ। ਸਗਲੇ ਧਨ ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਕਿੱਥੇ ਤੇ ਸਾਡਾ ਪਿਆਰ ਇਹੋ ਜਿਹਾ ਹੋਣਾ ਚਾਹੀਦਾ ਸੀ ਵੀ ਜੇ ਪੈਸੇ ਨਹੀਂ ਵੀ ਹਨਗੇ ਤਾਂ ਵੀ ਕੋਈ ਗੱਲ ਨਹੀਂ। ਜਿਹੜਾ ਪਿਆਰ ਆ ਨਾ ਸਾਡਾ, ਉਹ ਪੈਸੇ ਨਾਲ ਥੋੜ੍ਹੀ ਆ, ਉਹ ਧਨ ਨਾਲ ਥੋੜ੍ਹੀ ਆ, ਉਹ ਰੂਪ ਨਾਲ ਥੋੜ੍ਹੀ ਆ, ਉਹ ਤੇ ਰੂਹ ਦਾ ਹੋਣਾ ਚਾਹੀਦਾ। ਗੁਰਬਾਣੀ ਦੀ ਤੋਂ ਕਹਿੰਦਾ ਇੱਕ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਤਿੰਨ ਚਾਰ, ਪੱਬਣ ਕੇਰੇ ਪਤ ਜਿਉ ਢਲ ਢੁਲ ਜੋਮਣ ਹਾਰ। ਧਨ ਫਿਰ ਇਹ ਨਾ ਆਖੀਐ ਜੇ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਈਆਂ ਸੋਏ। ਸੱਚਾ ਪਿਆਰ ਆ ਜਿਹੜਾ, ਸੱਚਾ ਰਿਸ਼ਤਾ ਆ ਜਿਹੜਾ, ਉਹ ਰੂਹ ਦਾ, ਉਹ ਦਿਲ ਦਾ ਹੋਣਾ ਚਾਹੀਦਾ, ਉਹ ਮਨ ਦੀ ਪ੍ਰੀਤ ਦਾ ਹੋਣਾ ਚਾਹੀਦਾ, ਜਿਹਨੂੰ ਗੁਰੂ ਸਾਹਿਬ ਨੇ ਇੱਦਾਂ ਲਿਖਿਆ ਬਾਣੀ 'ਚ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਕਿਉਂ ਮੈਨੂੰ ਮਾਰ ਰਿਹਾ ਮੇਰੇ ਤੋਂ ਪਾਸਾ ਫੇਰ ਕੇ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ। ਸੱਚੀ ਪ੍ਰੀਤ
ਤੁਮ ਸਿਉ ਜੋਰ ਅਵਰ ਸੰਗ ਤੋਰੀ। ਇਹ ਸੱਚੀ ਪ੍ਰੀਤ ਆ। ਤੇ ਇਹ ਜਿਹੜੀ ਸੱਚੀ ਪ੍ਰੀਤ ਆ ਨਾ, ਇਹਦੀ ਬਾਬਤ ਗੁਰੂ ਸਾਹਿਬ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉ ਜੇ ਨਾ ਘਟੈ। ਮੇਰੀ ਪ੍ਰੀਤ ਰੱਬ ਨਾਲੋਂ ਘਟੇ ਨਾ, ਟੁੱਟੇ ਨਾ, ਕਦੀ ਵੀ ਖਤਮ ਨਾ ਹੋਵੇ। ਇਹਦੇ ਲਈ ਤੇ ਮੈਂ ਆਪਣਾ ਆਪਾ ਕੁਰਬਾਨ ਕਰ ਦਿਆਂ। ਇਹ ਜਿਹੜੀ ਪ੍ਰੀਤ ਹੁੰਦੀ ਆ ਨਾ ਰੂਹਦਾਰੀ ਦੀ, ਇੱਥੇ ਫਿਰ ਧਨ, ਇੱਥੇ ਜੋਬਨ, ਇੱਥੇ ਰੂਪ, ਇਹ ਚੀਜ਼ਾਂ ਨਹੀਂ ਹੁੰਦੀਆਂ। ਜੇ ਹੋਣ ਤਾਂ ਵੀ ਕੁਛ ਨਹੀਂ, ਜੇ ਨਾ ਹੋਣ ਤਾਂ ਵੀ ਕੁਝ ਨਹੀਂ। ਕਿਉਂਕਿ ਪ੍ਰੀਤ ਇਹਨਾਂ ਚੀਜ਼ਾਂ ਕਰਕੇ ਥੋੜ੍ਹੀ ਪਈ ਸੀ। ਜਦੋਂ ਰਿਸ਼ਤੇ ਦੀ ਬੁਨਿਆਦ ਪੈਸਾ ਹੋਵੇ, ਸੁੰਦਰਤਾ ਹੋਵੇ, ਹੈ ਨਾ, ਸੁਹੱਪਣ ਹੋਵੇ, ਜੋਬਨ ਹੋਵੇ, ਕੁਝ ਵੀ ਹੋਵੇ ਇਹਨਾਂ ਚੀਜ਼ਾਂ 'ਚੋਂ, ਜਾਇਦਾਦ ਹੋਵੇ, ਨੌਕਰੀ ਹੋਵੇ, ਉਹਦਾ ਕੁਛ ਵੀ ਆ, ਜੇ ਰਿਸ਼ਤੇ ਦੀ ਬੁਨਿਆਦ ਇਹਨਾਂ ਵਿੱਚੋਂ ਕੋਈ ਇੱਕ ਚੀਜ਼ ਆ ਤਾਂ ਚੇਤਾ ਰੱਖਣਾ, ਜਿਸ ਦਿਨ ਉਹ ਚੀਜ਼ ਨਹੀਂ ਰਹੇਗੀ ਰਿਸ਼ਤਾ ਵੀ ਟੁੱਟੇਗਾ। ਰਿਸ਼ਤੇ ਦੀ ਬੁਨਿਆਦ ਪਿਆਰ ਹੋਣਾ ਚਾਹੀਦਾ, ਸਮਰਪਣ ਦੀ ਭਾਵਨਾ ਹੋਣੀ ਚਾਹੀਦੀ ਆ। ਤੇ ਗੁਰੂ ਸਾਹਿਬ ਇੱਥੋਂ ਹੀ ਦੱਸਦੇ ਨੇ, ਜਬ ਹੀ ਨਿਰਧਨ, ਕਿਉਂਕਿ ਧਨ ਕਰਕੇ ਜੁੜੇ ਸੀ, ਹਨਾ, ਜੁੜੇ ਧਨ ਕਰਕੇ ਹੋਏ ਸੀ। ਕਈ ਇੱਦਾਂ ਦੇ ਹੁੰਦੇ ਆ ਜਿਹੜੇ ਧਨ ਕਰਕੇ ਜੁੜਦੇ ਆ। ਜੁੜੇ ਧਨ ਕਰਕੇ ਸੀ ਤੇ ਧਨ ਨਹੀਂ ਮਿਲਿਆ ਤੇ ਸੰਗ ਛਾੜ ਸਭ ਭਾਗੇ, ਸੰਗ ਛੱਡ ਕੇ ਦੌੜ ਗਏ। ਰਿਸ਼ਤਾ ਹੋਇਆ, ਮਹੀਨੇ ਬਾਅਦ ਟੁੱਟ ਗਿਆ। ਪਤਾ ਕੀਤਾ ਵੀ ਕੀ ਗੱਲ ਜੀ, ਕਿਉਂ ਟੁੱਟਿਆ? ਕਹਿੰਦੇ ਦਹੇਜ ਵਿੱਚ 20 ਲੱਖ ਮੰਗਿਆ ਸੀ ਤੇ ਸਾਡੇ ਤੋਂ ਦੇ ਨਹੀਂ ਹੋਇਆ ਤੇ ਉਹਨਾਂ ਨੇ ਰਿਸ਼ਤਾ ਤੋੜ ਦਿੱਤਾ। ਹੁਣ ਉਹ ਰਿਸ਼ਤਾ ਜੁੜਿਆ ਕਿਵੇਂ ਸੀ? ਪੈਸੇ ਕਰਕੇ। ਪੈਸਾ ਨਹੀਂ ਦਿੱਤਾ ਗਿਆ ਤੇ ਰਿਸ਼ਤਾ ਟੁੱਟ ਗਿਆ। ਉਹ ਰਿਸ਼ਤਾ ਥੋੜ੍ਹੀ ਆ, ਉਹ ਤੇ ਸੌਦੇਬਾਜ਼ੀ ਆ, ਉਹ ਤੇ ਸਮਝੌਤੇ ਨੇ। ਸਮਝੌਤਿਆਂ 'ਚ ਪਿਆਰ ਨਹੀਂ ਹੁੰਦਾ, ਸੌਦੇਬਾਜ਼ੀਆਂ 'ਚ ਪਿਆਰ ਨਹੀਂ ਹੁੰਦਾ। ਸੋ ਗੁਰੂ ਸਾਹਿਬ ਵੀ ਦੱਸ ਰਹੇ ਨੇ ਇੱਥੇ ਵੀ ਜੇ ਤੁਹਾਡੇ ਰਿਸ਼ਤਾ ਬੇਸ਼ੱਕ ਕੋਈ ਵੀ ਆ, ਤੁਹਾਡਾ ਪਤਨੀ ਦਾ ਹੈ, ਪੁੱਤਰ ਦਾ ਹੈ, ਮਿੱਤਰਾਂ ਦਾ ਹੈ, ਦੋਸਤ ਦਾ ਹੈ, ਕਿਸੇ ਦਾ ਵੀ ਆ, ਜੇ ਉਸ ਰਿਸ਼ਤੇ ਦੀ ਬੁਨਿਆਦ ਤੁਸੀਂ ਪੈਸਾ ਬਣਾ ਦਿੱਤੀ ਨਾ, ਤਾਂ ਬਹੁਤ ਵੱਡੀ ਗਲਤੀ ਕਰ ਦਿੱਤੀ। ਉਹਦੀ ਬੁਨਿਆਦ ਜੇਕਰ ਤੁਸੀਂ ਰੂਪ ਬਣਾ ਲਿਆ, ਉਹਦੀ ਬੁਨਿਆਦ ਆ ਜਿਹੜੀ ਨੀਂਹ ਆ ਉਸ ਰਿਸ਼ਤੇ ਦੀ, ਜੇ ਉਹਨੂੰ ਤੁਸੀਂ ਪਦਵੀ ਬਣਾ ਲਿਆ, ਉਹਨੂੰ ਪੈਸਾ ਬਣਾ ਲਿਆ, ਉਹਨੂੰ ਕਾਰ ਕੋਠੀ ਜਾਇਦਾਦ ਬਣਾ ਲਿਆ, ਬਹੁਤ ਵੱਡੀ ਗਲਤੀ ਕਰਕੇ। ਕਿਉਂਕਿ ਜਿਸ ਦਿਨ ਉਹ ਨਹੀਂ ਰਹੇਗਾ ਉਸ ਦਿਨ ਤੁਸੀਂ ਦੁਖੀ ਹੋਵੋਗੇ। ਇਸ ਲਈ ਰਿਸ਼ਤਾ ਜੋੜਨਾ ਆ ਧਨ ਦੇ ਆਧਾਰ ਤੇ ਨਹੀਂ, ਪੈਸੇ ਦੇ ਆਧਾਰ ਤੇ ਨਹੀਂ, ਰੂਪ ਜੋਬਨ ਇਤਿਆਦਿਕ ਇਹਨਾਂ ਚੀਜ਼ਾਂ ਦੇ ਆਧਾਰ ਤੇ ਨਹੀਂ, ਰੂਹ ਦੇ ਆਧਾਰ ਤੇ ਜੋੜੋ। ਅੰਦਰੋਂ ਰੂਹ ਦਾ ਅਰਥ ਮਨ ਕਰਕੇ ਜੋੜੋ। ਵੀ ਠੀਕ ਆ, ਜੇ ਕੁਝ ਵੀ ਤੁਹਾਡੇ ਕੋਲ ਹੈਗਾ ਕੋਈ ਗੱਲ ਨਹੀਂ, ਜੇ ਨਹੀਂ ਵੀ ਰਹੇਗਾ ਤਾਂ ਵੀ ਕੋਈ ਗੱਲ ਨਹੀਂ, ਆਪਾਂ ਤੇ ਹਾਂ ਨਾ, ਆਪਾਂ ਤੇ ਰਹਾਂਗੇ। ਜਦੋਂ ਤੱਕ ਰਹਾਂਗੇ ਉਦੋਂ ਤੱਕ ਪ੍ਰੀਤ ਨਿਭੇਗੀ, ਤੇ ਜਦੋਂ ਸਰੀਰ ਨਹੀਂ ਰਿਹਾ ਤੇ ਫਿਰ ਉਸ ਤੋਂ ਬਾਅਦ 'ਚ ਦੇਖੀ ਜਾਣੀ ਆ। ਪਰ ਸਰੀਰ ਤੱਕ ਨਿਭੇਗੀ, ਤੇ ਸਰੀਰ ਤੱਕ ਨਿਭਾਉਣ ਲਈ ਸਾਨੂੰ ਪੈਸਿਆਂ ਦੀ ਲੋੜ ਨਹੀਂ, ਸਾਨੂੰ ਪਦਾਰਥਾਂ ਦੀ ਲੋੜ ਨਹੀਂ। ਸੋ ਇਹ ਸਮਝਾਇਆ ਹੈ ਇੱਥੋਂ, ਨਾ ਕਿ ਉਹ ਦੂਜੇ ਸਾਡੇ ਰਿਸ਼ਤਿਆਂ ਦੀ ਗੱਲ ਕਰਕੇ ਗੁਰੂ ਜੀ ਸਾਨੂੰ ਨਿਰਾਸ਼ਤਾ ਦੇ ਆਲਮ 'ਚ ਲੈ ਕੇ ਗਏ ਨੇ। ਕਹੋਂ ਕਹਾਂ ਯਾ ਮਨ ਬੌਰੇ ਕੋ ਇਨ ਸਿਉ ਨੇ ਲਗਾਇਓ। ਉਹਨੇ ਬੌਲੇ ਮਨ ਨੂੰ ਮਹਾਰਾਜ ਕਹਿੰਦੇ ਮੈਂ ਕੀ ਸਮਝਾਵਾਂ। ਕਹੋਂ ਕਹਾਂ ਯਾ ਮਨ ਬੌਰੇ ਕੋ, ਇਸ ਕਮਲੇ ਝੱਲੇ ਬੌਲੇ ਮਨ ਨੂੰ ਮੈਂ ਕੀ ਸਮਝਾਵਾਂ। ਇਨ ਸਿਉ ਨੇ ਲਗਾਇਓ, ਇਹ ਇਹਨਾਂ ਪਦਾਰਥਾਂ ਨਾਲ ਨੇ ਜੋੜੀ ਬੈਠਾ, ਧਨ ਦੌਲਤ ਇਤਿਆਦਿਕ ਚੀਜ਼ਾਂ। ਇਨਸਿਉ ਨੇ ਲਗਾਇਓ। ਦੀਨਾਨਾਥ ਸਗਲ ਭੈ ਭੰਜਨ, ਜਸ ਤਾਕੋ ਬਿਸਰਾਇਓ। ਦੀਨਾਨਾਥ, ਦੀਨਾਂ ਦਾ ਨਾਥ, ਗਰੀਬਾਂ ਦਾ ਮਾਲਕ, ਸੁਆਮੀ। ਸਗਲ ਭੈ ਭੰਜਨ, ਸਾਰੇ ਭੈ ਡਰ ਇਤਿਆਦਿਕ ਨੂੰ ਖਤਮ ਕਰਨ ਵਾਲਾ। ਜਸ ਤਾਕੋ ਬਿਸਰਾਇਓ, ਜੋ ਸਾਰਿਆਂ ਵਿੱਚ ਰਮਿਆ ਹੋਇਆ, ਉਸ ਦੇ ਜਸ, ਉਸ ਦੀ ਵਡਿਆਈ ਨੂੰ ਖਤਮ ਕਰ ਦਿੱਤਾ, ਭੁਲਾ ਦਿੱਤਾ। ਸਵਾਨ ਪੂਛ ਜਿਉ ਭਇਓ ਨਾ ਸੂਧੋ, ਜਿੱਦਾਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਵਿੰਗੀਏ ਰਹਿੰਦੀ ਆ, ਇੱਦਾਂ ਹੀ ਇਹ ਮਨ ਦੀ ਹਾਲਤ ਆ। ਮਨ ਉੱਥੇ ਪਦਾਰਥਾਂ 'ਚ ਜੁੜਿਆ ਰਹਿੰਦਾ ਆ। ਯਤਨ ਬਹੁਤ ਮੈਂ ਕੀਨੋ, ਬੜਾ ਯਤਨ ਕੀਤਾ ਕੱਢਣ ਦਾ, ਕਈ ਵਾਰੀ ਕੋਸ਼ਿਸ਼ ਕੀਤੀ ਹੈ, ਪਰ ਕੁੱਤੇ ਦੀ ਪੂਛ ਵਾਂਗ ਢੀਠ ਹੋ ਕੇ ਉੱਥੇ ਹੀ ਜੁੜਿਆ। ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰੋ ਲੀਨੋ। ਨਾਨਕ ਜੀ ਮਹਾਰਾਜ ਨੌਵੇਂ ਨਾਨਕ ਕਹਿਣ ਲੱਗੇ, ਪਰਮੇਸ਼ਰ ਆਪਣੇ ਬਿਰਦ ਦੀ, ਆਪਣੇ ਸੁਭਾਅ ਦੀ ਲਾਜ ਰੱਖ। ਮੈਂ ਤੇ ਤੇਰਾ ਨਾਮ ਲਿਆ, ਤੇਰੇ ਨਾਲ ਸੱਚੀ ਪ੍ਰੀਤ ਪਾਈ ਹੈ, ਤੇ ਤੈਨੂੰ ਇਹ ਹਾਜ਼ਰ ਨਾਜ਼ਰ ਆਲੇ ਦੁਆਲੇ ਵਿੱਚੋਂ ਜਾਣਿਆ ਹੈ। ਸੋ ਇੱਦਾਂ ਦੱਸਿਆ ਜੀ, ਇਹ ਜਗ ਮੀਤ ਨਾ ਦੇਖਿਓ ਕੋਈ। ਜਗਤ ਵਿੱਚ ਸੱਚਾ ਮਿੱਤਰ ਬਹੁਤ ਘੱਟ ਹੈ,
ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਸਮਝ ਚੁੱਕੇ ਹਾਂ। ਜੇ ਨਹੀਂ ਵੀ ਕਿਸੇ ਥਾਂ ਤੇ ਤੁਹਾਨੂੰ ਡਾਊਟ ਲੱਗਦੀ ਹੈ ਤਾਂ ਦੁਬਾਰਾ ਸੁਣਿਓ। ਜੇ ਫਿਰ ਵੀ ਕੋਈ ਗੱਲ ਤੁਹਾਨੂੰ ਸਮਝ ਨਹੀਂ ਪੈ ਰਹੀ ਤਾਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਸਾਧ ਸਕਦੇ ਹੋ। ਸੋ ਇਸ ਹਿੱਸੇ ਵਿੱਚ ਆਪਾਂ ਇੱਕੋ ਹੀ ਸ਼ਬਦ ਨੂੰ ਸਾਂਝਾ ਕਰ ਸਕੇ ਹਾਂ। ਅਗਲਾ ਸ਼ਬਦ ਆਪਾਂ ਅਗਲੇ ਹਿੱਸੇ ਵਿੱਚ ਸਾਂਝਾ ਕਰਾਂਗੇ। ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ। YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਦੇ ਉੱਪਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।